हाँ जी प्यारे बच्चों नमस्कार। अज आप गल करांगे 8वीं जमात पंजाबी पुस्तक पाठ नंबर 26 गग्गू। अज आप इस पाठ की कहानी करांगे। इस पाठ के प्रश्न उत्तर तुसीं इस वीडियो की डिस्क्रिप्शन के दिते हुए लिंक तो देख सकते हो। हुण आप इस पाठ की कहानी शुरू करते हैं। मैं अपने स्कूलों आउंदियां बस्ता कंधौली ते रख के चाह पीण लई माँ के पैरों हेठ अग मचा दी। माँ ने झटपट पित्तल के गिलास विच चाह पा के फड़ाउंदियां कहा, पढ़ के तां मैं अपने पुत्तर नूं बौली खाण नूं देवांगी। बौली? मैं हैरानी नाल पुछया। हाँ बौली, अज दुपहरे अपनी मीणी मझ सू पई है। बहुत सोहना 5 कल्याणा कट्टा दिता है। यह सुन के मैं अद्धी चाह गिलास विच ही छड्ड के मीणी मझ की खुरली वल नूं भज गया। खुरली दे मुੱਢ 'ਚ मझ मूहरे बहुत सोहना काला शाह कट्टा पिया सी, प्यारा प्यारा ते भोलू जिहा। उसदा बल्ला मत्था चिट्टे फुੱਲ वाला मैनू गोरा गोरा लग्या। चारे खुर हेठों एक गिੱਠ उच्चे, एक गिੱਠ चिट्टे, जिवें चौहां नूं मिण के चिट्टा रंग कीता होवे। पूछ दा पिछला हिस्सा भी थोड़ा जिहा बग्गा सी। मझ कट्टे नूं प्यार नाल झट के ममता भी विखा रही सी ते उसदे मिट्टी नाल लिबड़े पिंडे नूं जीभ नाल साफ भी कर रही सी। ਉਹ कदे कट्टे दीआं अखां चटदी, कदे मत्था चटदी, कदे कंन चटदी, कदे पूछ पूछ करके ਉਹਦੇ ਸਾਰੇ पिंडे ते ही जीभ फेर दिंदी। पहली नज़रे ही मैनू कट्टे नाल प्यार जिहा हो गया। इन्ने नूं माँ आ गई। मैनू डंडा फड़ा के मझ दे नेड़े बिठा के हदायत कीती, इत्थे बैठ के ध्यान रखी ਕਾਂ कुत्ता कट्टे दे खुरां नूं मूँह ना मार जावे। कटड़ूआं दे खुर कूले ते कच्चे हुंदे ने। जानवरां तों इन्हां नूं बचा के रखना पैंदा है। किकर ते बैठे ਕਾਂ ने 2-3 बार मैनू झकानी दे के ठुंगा मारन की कोशिश की, पर मैं हर बारी उसनूं डंडा हिला के उड़ा दिंदा। निक्का जिहा कट्टा उठ के तुरन की कोशिश करदा, पर हर बार तड़म करके उत्थे ही डिग पैंदा। मझ भज के उधर जांदी, उसनूं सगों होर जोर नाल चट्टण लग जांदी। माँ आपां कट्टे दा सोहना जिहा ਨਾਂ रखीए। मैनू यह भोलू जिहा बहुत चंगा लगदा है। आपां इसनूं गग्गू कहा करांगे। तैनूं तां हर वेले कामां कुत्तिਆਂ ਦੇ ਨਾਂ सूझਦੇ ਰਹਿੰਦੇ ਐ, ਮਾਂ ਨੇ ਕਿਹਾ। ਉਸ ਦਿਨ ਤੋਂ ਬਾਅਦ ਪਤਾ ਨਹੀਂ ਕਿਵੇਂ ਘਰ ਵਿੱਚ ਸਾਰੇ ਹੀ ਉਸਨੂੰ ਗੱਗੂ ਗੱਗੂ ਕਹਿਣ ਲੱਗ ਪਏ। ਆਥਣ ਸਵੇਰ ਜਦੋਂ ਧਾਰ ਕੱਢਣ ਦੀ ਗੱਲ ਹੁੰਦੀ ਤਾਂ ਮਾਂ ਕਹਿੰਦੀ, ਗੱਗੂ ਦੀ ਮਾਂ ਦੀ ਧਾਰ ਕੱਢ ਲਈ ਐ ਕਿ ਨਹੀਂ। ਜਿਵੇਂ ਘਰ ਵਿੱਚ ਆਮ ਹੁੰਦਾ ਹੈ, ਛੋਟੇ ਹੁੰਦਿਆਂ ਨੂੰ ਵੱਧ ਪਿਆਰ ਮਿਲਦਾ ਹੈ ਤੇ ਫਿਰ ਇਹ ਹੌਲੀ ਹੌਲੀ ਘਟਦਾ ਜਾਂਦਾ ਹੈ। ਗੱਗੂ ਨਾਲ ਵੀ ਇਸ ਤਰ੍ਹਾਂ ਹੋਇਆ। ਜਿਵੇਂ ਜਿਵੇਂ ਗੱਗੂ ਵੱਡਾ ਹੋ ਗਿਆ ਸੀ, ਘਰਦਿਆਂ ਦੀ ਉਸ ਨਾਲ ਸਾਂਝ ਘਟਦੀ ਗਈ। ਉਸ ਨਾਲ ਮੇਰੀ ਸਾਂਝ ਦਿਨੋਂ ਦਿਨ ਵੱਧਦੀ ਗਈ। ਹੁਣ ਗੱਗੂ ਮੇਰੇ ਪਿਆਰ ਨੂੰ ਮਹਿਸੂਸ ਕਰਨ ਲੱਗ ਪਿਆ ਸੀ। ਮੈਂ ਜਦੋਂ ਵੀ ਉਸਦੇ ਸਿਰ 'ਤੇ ਹੱਥ ਫੇਰਦਾ, ਉਹ ਮੇਰਾ ਹੱਥ ਚੱਟਣ ਲੱਗ ਪੈਂਦਾ। ਮੈਂ ਜਦੋਂ ਵੀ ਉਸਦੇ ਨੇੜੇ ਦੀ ਲੰਘਦਾ, ਗੱਗੂ ਮੈਨੂੰ ਦੇਖ ਕੇ ਜ਼ਰੂਰ ਅੜਿੰਗਦਾ। ਇੱਕ ਦਿਨ ਗੱਗੂ ਦੇ ਪਿੰਡੇ 'ਤੇ ਹੱਥ ਫੇਰਨ ਸਮੇਂ ਮੈਨੂੰ ਜਾਪਿਆ ਕਿ ਉਹ ਪਹਿਲਾਂ ਨਾਲੋਂ ਕਮਜ਼ੋਰ ਹੋ ਗਿਆ। ਜਦੋਂ ਮਾਂ ਨਾਲ ਇਹ ਗੱਲ ਕੀਤੀ ਤਾਂ ਉਸਨੇ ਕਿਹਾ, ਗੱਗੂ ਹੁਣ ਥੋੜ੍ਹਾ ਵੱਡਾ ਹੋ ਗਿਆ ਹੈ। ਪਹਿਲਾਂ ਉਸਨੂੰ 2 ਥਣ ਚੁੰਘਾਉਂਦੇ ਸੀ, ਫਿਰ 1। ਹੁਣ ਤਾਂ ਗੱਗੂ ਦਾ ਥਣਾਂ ਨੂੰ ਮੂੰਹ ਲਗਾ ਕੇ ਜਦੋਂ ਮੱਝ ਪਸ਼ਮ ਪਵੇ, ਗੱਗੂ ਨੂੰ ਪਰੇ ਹਟਾ ਕੇ ਦੂਜੇ ਕਿੱਲੇ ਨਾਲ ਬੰਨ੍ਹ ਦਿੰਦੇ ਹਾਂ। ਪਰ ਮਾਂ, ਮੀਣੀ ਮੱਝ ਤਾਂ ਗੱਗੂ ਦੀ ਆਪਣੀ ਮਾਂ ਹੈ। ਆਪਾਂ ਗੱਗੂ ਨੂੰ ਉਸਦੀ ਆਪਣੀ ਮਾਂ ਦਾ ਹੀ ਦੁੱਧ ਕਿਉਂ ਨਹੀਂ ਪੀਣ ਦਿੰਦੇ? ਮੈਂ ਪੁੱਛਿਆ। ਮੈਂ ਕਈ ਵਾਰ ਨੇਰੇ ਸਵੇਰੇ ਧਾਰ ਕੱਢਣ ਤੋਂ ਪਹਿਲਾਂ ਗੱਗੂ ਨੂੰ ਕਿੱਲੇ ਤੋਂ ਖੋਲ੍ਹ ਦਿੰਦਾ। ਗੱਗੂ ਝੱਟ ਆਪਣੀ ਮਾਂ ਦਾ ਸਾਰਾ ਹੀ ਦੁੱਧ ਗਾਪਲ ਗਾਪਲ ਕਰਕੇ ਚੁੰਘ ਜਾਂਦਾ। ਘਰ 'ਚ ਕਦੇ ਵੀ ਮੇਰੀ ਇਸ ਸ਼ਰਾਰਤ ਦਾ ਪਤਾ ਨਾ ਲੱਗਾ। ਗੱਗੂ ਹੋਰ ਵੱਡਾ ਹੋ ਗਿਆ। ਮੈਂ ਜਦੋਂ ਹੱਥ 'ਚ ਫੜੀ ਰੋਟੀ ਦਿਖਾ ਕੇ ਗੱਗੂ ਕਹਿ ਕੇ ਆਵਾਜ਼ ਮਾਰਦਾ ਤਾਂ ਉਹ ਭੱਜਾ ਆਉਂਦਾ। ਮੇਰੇ ਹੱਥੋਂ ਰੋਟੀ ਖਾ ਕੇ ਮਗਰੋਂ ਮੇਰਾ ਹੱਥ ਚੱਟਣ ਲੱਗ ਪੈਂਦਾ। ਕਈ ਵਾਰ ਲਾਡ ਨਾਲ ਮੇਰੇ ਪੋਲੀਆਂ ਪੋਲੀਆਂ ਢੋਡਾਂ ਵੀ ਮਾਰਦਾ। ਮੈਂ ਜਦੋਂ ਵੀ ਗੁੜ ਦੀਆਂ ਰੋੜੀਆਂ ਗੱਗੂ ਦੇ ਮੂੰਹ 'ਚ ਪਾਉਂਦਾ, ਉਹ ਗੁੜ ਖਾ ਕੇ ਮੇਰੀਆਂ ਉਂਗਲਾਂ ਨੂੰ ਚੱਟਣ ਲੱਗ ਪੈਂਦਾ। ਇਸ ਤਰ੍ਹਾਂ ਲੱਗਦਾ ਜਿਵੇਂ ਉਹ ਆਪਣੀ ਮਾਂ ਦਾ ਦੁੱਧ ਚੁੰਘ ਰਿਹਾ ਹੋਵੇ। ਕਈ ਵਾਰ ਸ਼ਰਾਰਤ ਨਾਲ ਹੱਥ 'ਚ ਰੋਟੀ ਫੜ ਕੇ ਮੈਂ ਗੱਗੂ ਕੋਲ ਹੱਥ ਉੱਚਾ ਕਰਕੇ ਖੜ੍ਹ ਜਾਂਦਾ। ਉਸ ਦਾ ਰੋਟੀ ਤੱਕ ਮੂੰਹ ਨਾ ਅੱਪੜਦਾ। ਉਹ ਧੌਣ ਉੱਚੀ ਕਰਕੇ ਰੋਟੀ ਖੋਹਣ ਦੀ ਕੋਸ਼ਿਸ਼ ਕਰਦਾ। ਜੇ ਫਿਰ ਵੀ ਮੂੰਹ ਨਾ ਅੱਪੜਦਾ ਤਾਂ ਮੈਨੂੰ ਪੌਂਡੇ ਲਾਉਣ ਦੀ ਕੋਸ਼ਿਸ਼ ਕਰਦਾ। ਰੋਟੀ ਖਵਾ ਕੇ ਮੈਂ ਇਸ਼ਾਰੇ ਨਾਲ ਕਹਿੰਦਾ, ਗੱਗੂ ਚੱਲ ਆਪਣੇ ਕਿੱਲੇ 'ਤੇ ਚਲਿਆ ਜਾ, ਤਾਂ ਗੱਗੂ ਇਸ਼ਾਰਾ ਸਮਝ ਕੇ ਝੱਟ ਵਾਪਸ ਮੁੜ ਜਾਂਦਾ। ਕਦੇ ਕਦੇ ਮੈਂ ਖਾਣ ਵਾਲੀ ਕੋਈ ਹੋਰ ਚੀਜ਼ ਗੱਗੂ ਨੂੰ ਦਿਖਾ ਕੇ ਉਸਦੇ ਅੱਗੇ ਭੱਜ ਜਾਂਦਾ। ਗੱਗੂ ਪਿੱਛੇ ਪਿੱਛੇ ਦੌੜਦਾ। ਅਸੀਂ ਘਰ ਵਿੱਚ ਕਈ ਗੇੜੇ ਕੱਢਦੇ। ਮਾਂ ਅੱਕ ਕੇ ਆਖਦੀ, ਬਲੋਲਾ, ਕੱਟੇ ਤੋਂ ਸਾਰਾ ਵਿਹੜਾ ਪੁਟਾ ਦਿੱਤਾ। ਮੈਂ ਤਾਂ ਪਹਿਲਾਂ ਹੀ ਮਸਾਂ ਸੰਭਰਿਆ ਸੂਰਿਆ ਸੀ। ਮੈਂ ਸਕੂਲੋਂ ਆ ਕੇ ਕਦੇ ਕਦੇ ਮੱਝਾਂ ਚਾਰਨ ਜਾਂਦਾ। ਗੱਗੂ ਵੀ ਨਾਲ ਹੁੰਦਾ। ਬਾਕੀ ਪਸ਼ੂਆਂ ਨਾਲੋਂ ਅੱਡ ਕਰਕੇ ਗੱਗੂ ਨੂੰ ਉੱਧਰ
ਚਰਨ ਲਈ ਛੱਡ ਦਿੰਦਾ, ਜਿੱਧਰ ਵਧੀਆ ਲਵਾ ਲਵਾ ਹਰਾ ਘਾਹ ਹੁੰਦਾ। ਘਰ ਦੇ ਅੰਦਰ ਬਾਹਰ ਕੰਧ 'ਤੇ ਕੋਲੇ ਨਾਲ ਮੈਂ ਗੱਗੂ ਲਿਖ ਦਿੱਤਾ ਸੀ। ਮਾਂ ਨੇ ਕਈ ਵਾਰ ਟੋਕਿਆ, ਕਿਉਂ ਸਾਰੀਆਂ ਕੰਧਾਂ ਕਾਲੀਆਂ ਕਰਦਾ ਰਹਿੰਦਾ ਹੈ। ਮਾਸਟਰ ਜੀ ਨੇ ਇੱਕ ਵਾਰ ਮੇਰੀ ਕਾਪੀ 'ਤੇ ਗੱਗੂ ਲਿਖਿਆ ਪੜ੍ਹ ਕੇ ਪੁੱਛਿਆ ਸੀ, ਇਹ ਕਿਹਦਾ ਨਾਂ ਹੈ? ਮੈਂ ਕਿਹਾ, ਮਾਸਟਰ ਜੀ, ਇਹ ਮੇਰੇ ਆੜੀ ਦਾ ਨਾਂ ਹੈ। ਭਾਵੇਂ ਗੱਗੂ ਅੱਗੇ ਨਾਲੋਂ ਕਾਫੀ ਵੱਡਾ ਹੋ ਗਿਆ ਸੀ, ਪਰ ਉਸ ਦੀਆਂ ਮੇਰੇ ਨਾਲ ਕੀਤੀਆਂ ਜਾਣ ਵਾਲੀਆਂ ਸ਼ਰਾਰਤਾਂ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਆਈ ਸੀ। ਮੈਂ ਜਦੋਂ ਵੀ ਸਕੂਲੋਂ ਆਉਂਦਾ, ਮੈਨੂੰ ਬੂਹੇ 'ਚ ਦੇਖ ਕੇ ਗੱਗੂ ਇੱਕ ਵਾਰ ਜ਼ਰੂਰ ਰਿੰਗਦਾ। ਮੈਨੂੰ ਵੀ ਪਤਾ ਲੱਗ ਜਾਂਦਾ ਕਿ ਗੱਗੂ ਨੂੰ ਮੇਰੇ ਆਏ ਦਾ ਪਤਾ ਲੱਗ ਗਿਆ ਹੈ। ਮੈਂ ਬਸਤਾ ਰੱਖ ਕੇ ਉਸ ਦੇ ਪਿੰਡੇ 'ਤੇ ਸਿਰ 'ਤੇ ਹੱਥ ਫੇਰਦਾ, ਨਿੱਕੇ ਨਿੱਕੇ ਸਿੰਗਾਂ ਹੇਠਾਂ ਪੋਲੀ ਪੋਲੀ ਖੁਰਕ ਕਰਦਾ। ਜਦੋਂ ਤੱਕ ਗੱਗੂ ਮੇਰੇ ਨਾਲ ਲਾਡੀਆਂ ਬਾਡੀਆਂ ਨਾ ਕਰ ਲੈਂਦਾ, ਮੈਨੂੰ ਟੇਕ ਨਾ ਆਉਂਦੀ। ਵੱਡਾ ਹੋਣ ਕਰਕੇ ਗੱਗੂ ਹੁਣ ਦੁੱਧ ਚੁੰਘਣਾ ਛੱਡ ਚੁੱਕਾ ਸੀ। ਸ਼ਾਇਦ ਘਰਦਿਆਂ ਨੇ ਛੁਡਾ ਦਿੱਤਾ ਸੀ। ਹੁਣ ਤਾਂ ਉਹ ਆਪਣੇ ਹਿੱਸੇ ਆਉਂਦੇ ਪੱਠੇ ਹੀ ਖਾਂਦਾ। ਜਦੋਂ ਕਦੇ ਰਾਤ ਨੂੰ ਰੱਸਾ ਤੁੜਾ ਕੇ ਉਹ ਆਪਣੀ ਮਰਜ਼ੀ ਨਾਲ ਰੱਜ ਕੇ ਪੱਠੇ ਖਾ ਲੈਂਦਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ। ਕਈ ਵਾਰ ਗੱਗੂ ਨਾਲ ਖੇਡਦਿਆਂ ਖੇਡਦਿਆਂ ਮੈਂ ਉਸ ਨੂੰ ਜੱਫੀ ਪਾ ਲੈਂਦਾ। ਮਾਂ ਝਿੜਕ ਕੇ ਕਹਿੰਦੀ, ਕਿਉਂ ਕੱਟੇ ਨੂੰ ਚੁੰਮੀ ਚੱਟੀ ਜਾਂਦੇ, ਮੂੰਹ 'ਚ ਗੰਦੇ ਵਾਲ ਪੈ ਜਾਣਗੇ। ਮੈਂ ਮਾਂ ਨੂੰ ਕਹਿੰਦਾ, ਗੱਗੂ ਵੀ ਤਾਂ ਮੈਨੂੰ ਪਿਆਰ ਕਰਦਾ ਹੈ। ਇੱਕ ਦਿਨ ਜਦੋਂ ਮੈਂ ਸਕੂਲੋਂ ਪਰਤਿਆ ਤਾਂ ਮੈਨੂੰ ਗੱਗੂ ਦਾ ਡਿੰਗਣਾ ਸੁਣਾਈ ਨਾ ਦਿੱਤਾ। ਮੈਂ ਸੋਚਿਆ ਸ਼ਾਇਦ ਗੱਗੂ ਇੱਧਰ ਉੱਧਰ ਹੋਵੇਗਾ। ਮੈਂ ਗੱਗੂ ਗੱਗੂ ਕਰਕੇ ਕਈ ਆਵਾਜ਼ਾਂ ਮਾਰੀਆਂ, ਪਰ ਗੱਗੂ ਨੇ ਕੋਈ ਉੱਤਰ ਨਾ ਦਿੱਤਾ। ਕਿੱਲੇ 'ਤੇ ਜਾ ਕੇ ਦੇਖਿਆ ਤਾਂ ਗੱਗੂ ਉੱਥੇ ਨਹੀਂ ਸੀ। ਮੈਨੂੰ ਅੱਚ ਵੀ ਲੱਗ ਗਈ। ਮਾਂ ਨੂੰ ਪੁੱਛਿਆ, ਗੱਗੂ ਕਿੱਥੇ ਹੈ ਮਾਂ? ਪਹਿਲਾਂ ਤਾਂ ਮਾਂ ਨੇ ਕਈ ਆਨੇ ਬਹਾਨੇ ਕੀਤੇ, ਫਿਰ ਮੇਰੇ ਜਿੱਦ ਕਰਨ 'ਤੇ ਦੱਸ ਦਿੱਤਾ ਕਿ ਤੇਰਾ ਗੱਗੂ ਤੇਰੇ ਬਾਪੂ ਨੇ ਵੇਚ ਦਿੱਤਾ ਹੈ। ਮੈਂ ਇਹ ਸੁਣ ਕੇ ਕੰਬ ਗਿਆ। ਰੋਂਦੇ ਰੋਂਦੇ ਨੇ ਮੈਂ ਭਰੇ ਪੀਤੇ ਮਨ ਨਾਲ ਪੁੱਛਿਆ, ਮੇਰਾ ਗੱਗੂ ਤੁਸੀਂ ਕਿਉਂ ਵੇਚਿਆ? ਆਪਾਂ ਨੂੰ ਪੈਸਿਆਂ ਦੀ ਲੋੜ ਸੀ, ਮਾਂ ਨੇ ਕਿਹਾ। ਇਸ ਘਟਨਾ ਤੋਂ 3-4 ਦਿਨ ਮਗਰੋਂ ਮੈਂ ਰੋਟੀ ਨਾ ਖਾਧੀ। ਮਾਂ ਨੇ ਮਿੰਨਤਾਂ ਤਰਲਿਆਂ ਤੇ ਪਿਆਰ ਕਰਕੇ ਮੈਨੂੰ ਰੋਟੀ ਖਵਾਈ। ਮਾਂ ਨੇ ਲਾਰਾ ਵੀ ਲਾਇਆ ਕਿ ਆਪਾਂ ਗੱਗੂ ਨੂੰ ਲੈ ਆਵਾਂਗੇ। ਮੈਂ ਬਾਪੂ ਨੂੰ ਕਿਹਾ, ਆਪਾਂ ਗੱਗੂ ਨੂੰ ਵਾਪਸ ਲੈ ਆਈਏ, ਵੇਚੀ ਚੀਜ਼ ਵਾਪਸ ਨਹੀਂ ਲਿਆਈ ਜਾਂਦੀ। ਬਾਪੂ ਦਾ ਇੱਕ ਟੁੱਕ ਉੱਤਰ ਸੀ। ਕਈ ਦਿਨਾਂ ਬਾਅਦ ਮੇਰੇ ਜਮਾਤੀ ਦੋਸਤ ਪਾਲੇ ਨੇ ਦੱਸਿਆ, ਤੇਰਾ ਗੱਗੂ ਤੇਰੇ ਬਾਪੂ ਨੇ ਆਪਣੇ ਹੀ ਪਿੰਡ ਦੇ ਦਲੀਪੇ ਨੂੰ ਵੇਚਿਆ ਹੈ। ਮੈਂ ਆਪਣੀ ਅੱਖੀਂ ਵੇਖਿਆ ਸੀ। ਦਲੀਪਾ ਗੱਗੂ ਨੂੰ ਕਿੱਕਰ ਨਾਲ ਨੂੜ ਕੇ ਨੱਥ ਮਾਰ ਰਿਹਾ ਸੀ। ਦਲੀਪੇ ਨੇ ਪਹਿਲਾਂ ਤਿੱਖਾ ਸੂਆ ਗੱਗੂ ਦੇ ਨੱਕ 'ਚੋਂ ਲੰਘਾਇਆ, ਫਿਰ ਮੋਰੀ ਵਿੱਚੋਂ ਦੀ ਰੱਸੀ ਦੀ ਨੱਥ ਪਾ ਦਿੱਤੀ। ਪਾਲੇ ਨੇ ਦੱਸਿਆ, ਜਦੋਂ ਦਲੀਪੇ ਨੇ ਗੱਗੂ ਦੇ ਨੱਕ 'ਚ ਮੋਰੀ ਕੀਤੀ ਤਾਂ ਗੱਗੂ ਬਹੁਤ ਤੜਫਿਆ, ਬਹੁਤ ਡਿੰਗਿਆ, ਜਿਵੇਂ ਤੈਨੂੰ ਬਾਜਾ ਮਾਰ ਰਿਹਾ ਹੋਵੇ। ਪਾਲੇ ਦੀ ਗੱਲ ਸੁਣਦਿਆਂ ਸਾਰ ਮੈਂ ਨੰਗੇ ਪੈਰੀਂ ਦਲੀਪੇ ਦੇ ਘਰ ਵੱਲ ਛੂਟ ਵੱਟ ਲਈ। ਮਾਂ ਨੇ ਮੈਨੂੰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਚਿੜੀ ਪੁੰਜਾ ਛੁਡਾ ਕੇ ਭੱਜ ਗਿਆ। ਮੈਂ ਦਲੀਪੇ ਦੇ ਪਸ਼ੂਆਂ ਦੇ ਬਾੜੇ ਵਿੱਚ ਪਹੁੰਚ ਗਿਆ। ਗੱਗੂ ਇੱਕ ਨੁੱਕਰ 'ਚ ਗੋਹੇ ਨਾਲ ਲਿਬੜਿਆ ਤਿਬੜਿਆ ਉਦਾਸ ਖੜਾ ਸੀ। ਮੈਂ ਭੱਜ ਕੇ ਗੱਗੂ ਦੇ ਗਲ ਨੂੰ ਚਿੰਬੜ ਗਿਆ। ਗੱਗੂ ਦਾ ਨੱਕ ਦੀ ਪੀੜ ਨੇ ਬੁਰਾ ਹਾਲ ਕਰ ਦਿੱਤਾ ਸੀ। ਗੱਗੂ ਨੇ ਮੈਨੂੰ ਦੇਖ ਕੇ ਡਿੰਗਣ ਦੀ ਕੋਸ਼ਿਸ਼ ਕੀਤੀ, ਪਰ ਪੀੜ ਨਾਲ ਉਸ ਦੀ ਆਵਾਜ਼ ਸੰਘ ਵਿੱਚ ਹੀ ਲਟਕੇ ਰਹਿ ਗਈ। ਉਸਨੇ ਸਿਰਫ ਮੁਰਦਾ ਆਵਾਜ਼ ਵਿੱਚ ਹੀ ਮੇਰੀ ਹਾਕ ਦਾ ਹੁੰਗਾਰਾ ਭਰਿਆ। ਗੱਗੂ ਦੇਖਣ ਨੂੰ ਵੀ ਬਹੁਤ ਮਾੜਚੂ ਜਿਹਾ ਲੱਗ ਰਿਹਾ ਸੀ। ਮੈਂ ਬਹੁਤ ਦੇਰ ਗੱਗੂ ਨੂੰ ਜੱਫੀ ਪਾ ਕੇ ਖੜਾ ਰਿਹਾ। ਇੰਨੇ ਨੂੰ ਦੇਖਿਆ ਕਿ ਮਾਂ ਮੇਰੇ ਪਿੱਛੇ ਖੜੀ ਸੀ। ਕੋਈ ਨਾ ਪੁੱਤ, ਆਪਾਂ ਥੋੜ੍ਹੇ ਦਿਨਾਂ 'ਚ ਆਪਣੇ ਗੱਗੂ ਨੂੰ ਆਪਣੇ ਘਰ ਲੈ ਚੱਲਾਂਗੇ, ਮਾਂ ਨੇ ਕਿਹਾ। ਨਹੀਂ, ਮੈਂ ਤਾਂ ਗੱਗੂ ਨੂੰ ਹੁਣੇ ਲੈ ਕੇ ਜਾਵਾਂਗਾ। ਦੇਖ, ਦਲੀਪੇ ਨੇ ਮੇਰੇ ਗੱਗੂ ਦਾ ਬੁਰਾ ਹਾਲ ਕਰ ਦਿੱਤਾ ਹੈ। ਦਲੀਪੇ ਨੇ ਮੇਰੇ ਗੱਗੂ ਦਾ ਨੱਕ ਕਿਉਂ ਪਾੜਿਆ ਹੈ? ਗੱਗੂ ਨੇ ਮੇਰਾ ਹੱਥ ਚੱਟਣ ਦੀ ਕੋਸ਼ਿਸ਼ ਕੀਤੀ, ਪਰ ਪੀੜ ਨਾਲ ਉਸਦੀ ਜ਼ੁਬਾਨ ਬਾਹਰ ਨਾ ਨਿਕਲ ਸਕੀ। ਮਾਂ ਮੈਨੂੰ ਮਿੱਠੀਆਂ ਮਿੱਠੀਆਂ ਗੱਲਾਂ 'ਚ ਲਾ ਕੇ ਵਾਪਸ ਘਰ ਲੈ ਆਈ। ਅਗਲੇ ਦਿਨ ਜਦੋਂ ਮੈਂ ਸਕੂਲ ਜਾ ਰਿਹਾ ਸੀ ਤਾਂ ਮੈਂ ਦੂਰੋਂ ਆਉਂਦੀ ਦਲੀਪੇ ਦੀ ਰੇਹੜੀ ਸਿਆਣ ਲਈ। ਗੱਗੂ ਨੂੰ ਗੱਡੀ ਅੱਗੇ ਜੋੜ ਕੇ ਰੇਹੜੀ ਉੱਤੇ ਪੱਠੇ ਲੱਦੇ ਹੋਏ ਸਨ। ਗੱਗੂ ਮਸਾਂ ਤੁਰ ਰਿਹਾ ਸੀ। ਦਲੀਪਾ ਗੱਗੂ ਨੂੰ ਤੇਜ਼ ਤੋਰਨ ਲਈ ਜ਼ੋਰ ਜ਼ੋਰ ਨਾਲ ਸੋਟੀਆਂ ਮਾਰ ਰਿਹਾ ਸੀ। ਜਦੋਂ ਗੱਗੂ ਮੇਰੇ ਨੇੜੇ ਆਇਆ ਤਾਂ ਮੈਂ ਦੇਖਿਆ ਕਿ ਉਸਦੇ ਪਿੰਡੇ 'ਤੇ ਸੋਟੀਆਂ ਦੀਆਂ ਬਹੁਤ ਸਾਰੀਆਂ ਲਾਸ਼ਾਂ ਉੱਭਰੀਆਂ ਹੋਈਆਂ ਸਨ। ਮੇਰੇ ਬਰਾਬਰ ਆ ਕੇ ਗੱਗੂ ਜ਼ੋਰ ਨਾਲ ਡਿੰਗਿਆ ਅਤੇ ਰੁਕ ਗਿਆ। ਮੈਂ ਭੱਜ ਕੇ ਦਲੀਪੇ ਦੇ ਹੱਥ 'ਚੋਂ ਸੋਟੀ ਖੋਹ ਲਈ ਤੇ ਕਿਹਾ, ਤੂੰ ਮੇਰੇ ਗੱਗੂ ਨੂੰ ਕਿਉਂ ਕੁੱਟ ਰਿਹਾ ਏਂ? ਤੂੰ ਉਸਦਾ ਨੱਕ ਪਾੜ ਕੇ ਨੱਥ ਕਿਉਂ ਪਾਈ ਹੈ? ਦਲੀਪੇ ਨੇ ਮੇਰੀ ਗੱਲ ਦਾ ਕੋਈ ਉੱਤਰ ਨਾ ਦਿੱਤਾ। ਮੈਂ ਵੱਡਾ ਹੋ ਕੇ ਤੇਰੇ ਪੈਸੇ ਦੇ ਦੇਵਾਂਗਾ, ਤੂੰ ਮੇਰਾ ਗੱਗੂ ਮੈਨੂੰ ਮੋੜ ਦੇ। ਮੈਂ ਦਲੀਪੇ ਦੀ ਬਾਂਹ ਨੂੰ ਹੱਥ ਨਾਲ ਹਿਲਾਉਂਦਿਆਂ
ਕਿਹਾ। ਦਲੀਪੇ ਨੇ ਫਿਰ ਵੀ ਮੇਰੀ ਗੱਲ ਦਾ ਜਵਾਬ ਨਾ ਦਿੱਤਾ, ਸਗੋਂ ਉਹ ਮੇਰੇ ਵੱਲ ਮੁੱਤਰ ਝਾਕ ਰਿਹਾ ਸੀ। ਦਲੀਪੇ ਨੇ ਮੇਰੇ ਹੱਥੋਂ ਸੋਟੀ ਖੋਹ ਕੇ ਇੱਕ ਦੋ ਸੋਟੀਆਂ ਗੱਗੂ ਦੇ ਮਾਰ ਕੇ ਉਸਨੂੰ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਗੱਗੂ ਇੱਕ ਪੈਰ ਵੀ ਅੱਗੇ ਨਾ ਪੁੱਟਿਆ। ਗੱਗੂ ਤਰਸ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਿਹਾ ਸੀ। ਮੈਂ ਦਲੀਪੇ ਨੂੰ ਕਿਹਾ, ਗੱਗੂ ਮੇਰਾ ਆੜੀ ਹੈ, ਇਹ ਮੇਰੇ ਹੀ ਆਖੇ ਲੱਗਦਾ ਹੈ, ਤੂੰ ਇਸ ਨੂੰ ਮਾਰਨਾ। ਹੂੰ, ਪਸ਼ੂਆਂ ਨਾਲ ਕਾਹਦੀ ਆੜੀ, ਤੂੰ ਇਹਨੂੰ ਕਿੱਥੇ ਪੜ੍ਹਾ ਲਿਆ ਬਈ ਇਹ ਤੇਰੇ ਆਖੇ ਲੱਗ ਜੂ, ਦਲੀਪਾ ਬੋਲਿਆ। ਦਲੀਪੇ ਨੇ ਫਿਰ ਮੂੰਹ ਨਾਲ ਟਿਚ ਕਰਕੇ ਤੇ ਗੱਗੂ ਦੀ ਪਿੱਠ 'ਤੇ ਸੋਟੀ ਲਾ ਕੇ ਉਸਨੂੰ ਤੋਰਨਾ ਚਾਹਿਆ, ਪਰ ਗੱਗੂ ਦਾ ਸਾਰਾ ਧਿਆਨ ਤਾਂ ਮੇਰੇ ਵੱਲ ਸੀ। ਇਹ ਤੇਰੇ ਆਖੇ ਨਹੀਂ ਲੱਗੇਗਾ, ਜੇ ਮੈਂ ਕਹਾਂ ਗੱਗੂ ਹੁਣੇ ਮੇਰੇ ਆਖੇ ਲੱਗ ਕੇ ਤੁਰ ਪਵੇਗਾ। ਮੈਂ ਕਿਹਾ, ਇਹ ਕਿਵੇਂ ਹੋ ਸਕਦਾ ਹੈ। ਮੈਂ ਆਪਣੇ ਬਸਤੇ 'ਚੋਂ ਰੋਟੀ ਕੱਢੀ ਤੇ ਗੱਗੂ ਦੇ ਮੂੰਹ 'ਚ ਪਾ ਦਿੱਤੀ। ਉਸਨੇ ਰੋਟੀ ਖਾ ਕੇ ਮੇਰਾ ਹੱਥ ਚੱਟਿਆ। ਮੈਂ ਗੱਗੂ ਦੇ ਪਿੰਡੇ 'ਤੇ ਹੱਥ ਫੇਰਿਆ ਤੇ ਉਸਦੇ ਕੰਨ ਕੋਲ ਮੂੰਹ ਕਰਕੇ ਕਿਹਾ, ਚੱਲ ਗੱਗੂ ਆਪਣੇ ਘਰ ਚੱਲੀਏ, ਤੇ ਨਾਲ ਹੀ ਹੱਥ ਨਾਲ ਜਾਣ ਲਈ ਇਸ਼ਾਰਾ ਕੀਤਾ। ਗੱਗੂ ਝਟਪਟ ਸਣੇ ਰੇਹੜੀ ਦੇ ਤੇਜ਼ੀ ਨਾਲ ਸਾਡੇ ਘਰ ਵੱਲ ਜਾਣ ਵਾਲੇ ਰਸਤੇ ਪੈ ਗਿਆ। ਦਲੀਪਾ ਛਾਲ ਮਾਰ ਕੇ ਰੇਹੜੀ ਤੋਂ ਉਤਰ ਗਿਆ। ਮੈਂ ਤੇ ਗੱਗੂ ਘਰ ਨੂੰ ਜਾ ਰਹੇ ਸੀ। ਦਲੀਪਾ ਉਨੀ ਦੇਰ ਤੱਕ ਖੜਾ ਸਾਡੇ ਵੱਲ ਤੱਕ ਦੇਖਦਾ ਰਿਹਾ, ਜਿੰਨੀ ਦੇਰ ਤੱਕ ਮੈਂ ਤੇ ਗੱਗੂ ਆਪਣੇ ਘਰ ਜਾਣ ਵਾਲਾ ਮੋੜ ਨਹੀਂ ਮੁੜ ਗਏ। ਤਾਂ ਬੱਚੇ, ਇਹ ਕਹਾਣੀ ਸੀ ਜਿਹੜੀ ਬਹੁਤ ਵਧੀਆ ਸੀ। ਠੀਕ ਹੈ, ਇਹ ਇੱਕ ਉਹਦੇ ਗੱਗੂ ਨਾਂ ਦਾ ਜਿਹੜਾ ਕੱਟਾ ਹੈ ਅਤੇ ਉਸਦੀ ਕਹਾਣੀ ਹੈ, ਅਤੇ ਬਹੁਤ ਵਧੀਆ ਕਹਾਣੀ ਹੈ। ਅਤੇ ਜਲਦੀ ਤੁਹਾਡੇ ਲਈ ਕੋਈ ਅਗਲੀ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ, ਅਗਲਾ ਪਾਠ। ਅਤੇ ਇਸ ਦੇ ਪ੍ਰਸ਼ਨ ਉੱਤਰ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ ਤੋਂ ਕਰ ਸਕਦੇ ਹੋ। ਧੰਨਵਾਦ।